मेरी सरकार पता किन्ना दे बच्चे किन्ना दी अंशवंश है। गुरु नानक पातशाह जी के तीजे स्वरूप धन धन श्री गुरु अमरदास जी महाराज। एक ही गल हुई यार भी वह भी भला परिवार चो सी, वह भी भला। इत्थे यार चलो आपां किसी नूं इंसल्ट, इत्थे किन्ने भला परिवार तुरे फिरदे आ यार, फिर तो सारे आपां गुरु दे लैवल ते लै जाइए। एक ही गल बड़ी, एक पासे एडा संघर्ष, एडा वड्डा इनकलाब, मानव मनुखां अधिकारां दी रखिया खातर लहू डोले गए, शहादतां दित्तियां गईयां, सिंह शहीद, गुरु साहिबजादे, की कुछ। एक पासे फिर उही साथ जदों इहो जी मनुखी अधिकारां दी राखी करन वाली कौम ते उहदे विश्वास नूं तुसीं तोड़ता ते उहनूं मिलाता तुसीं किसे साध दे नाल, फिर तुसीं गल की कर रहे हो। वो मनुखी अधिकारां वाली कौम नूं एक लिया के एक बहुत बड़े अकीदे तो या उत्थों दे रहिंदे होए लोकां नूं एक बहुत नीवें अकीदे दे नाल जोड़ रहे हैं। ਇਹਦੇ ਤੇ ਵਿਰੋਧ ਹੋਣਾ ਬਹੁਤ ਜ਼ਰੂਰੀ ਸੀ। ਜਾਜ ਦੀਆਂ ਜ਼ਮੀਰਾਂ ਵਾਲਿਆਂ ਨੇ ਜਿਨ੍ਹਾਂ ਨੂੰ ਜਿਸ ਗੱਲ ਦੀ ਸਮਝ ਆ ਉਹਨਾਂ ਨੇ ਵਿਰੋਧ ਕੀਤਾ। ਲਾਸਟ ਸਵਾਲ ਹੈ, ਗੁਰਦਾਸ ਮਾਨ ਦੇ ਬਿਆਨ ਨੂੰ ਕਿਵੇਂ ਵੇਖਦੇ ਹੋ? ਜਿਵੇਂ ਲਾਡੀ ਸ਼ਾਹ ਨੂੰ ਜੋੜਿਆ ਗਿਆ ਹੈ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਤੇ ਬਾਅਦ ਵਿੱਚ ਮੁਆਫੀ ਮੰਗੀ ਗਈ ਹੈ। ਦੇਖੋ ਮਾਨ ਸਾਹਿਬ ਵੀ ਇੱਕ ਸਤਿਕਾਰਯੋਗ ਸ਼ਖਸੀਅਤ ਹੈ ਨਾ। ਪੰਜਾਬੀ ਸੱਭਿਆਚਾਰ ਦੇ ਲਈ ਉਹਨਾਂ ਨੇ ਬੜੇ ਗਾਣੇ ਵੀ ਗਾਏ ਆ, ਪਰ ਮਾਨ ਸਾਹਿਬ ਉਸ ਦੌਰ ਦਾ ਵੀ ਸ਼ਿਕਾਰ ਹੋਏ ਆ ਜਦੋਂ KPS ਗਿੱਲ ਨੇ ਇੱਕ ਆਪਰੇਸ਼ਨ ਨਾਈਟ ਡੋਮੀਨੈਂਸ ਚਲਾਤੀ ਸੀ ਤੇ ਉਦੋਂ ਕਲਚਰਲ ਪ੍ਰੋਗਰਾਮਾਂ ਦੇ ਅਧੀਨ ਮਾਨ ਸਾਹਿਬ ਜਾਂ ਸਰਦੂਲ ਸਿਕੰਦਰ ਜਾਂ ਹੰਸਰਾਏ ਹੰਸ ਇਹਨਾਂ ਨੂੰ ਵਰਤਿਆ ਗਿਆ। ਪਰ ਮਾਨ ਸਾਹਿਬ ਨੂੰ ਜਿੱਥੋਂ ਤੱਕ ਮੈਨੂੰ ਇਹ ਪਤਾ ਵੀ ਅਧਿਆਤਮ ਦੀ ਸਮਝ ਤਾਂ ਹੈਗੀ, ਸਪਿਰਚੁਅਲ ਸਮਝ ਤਾਂ ਹੈਗੀ ਆ। ਇੱਕ ਪਾਸੇ ਕੁੱਲ ਕਾਇਨਾਤ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ, ਇੱਕ ਪਾਸੇ ਕੋਈ ਸਧਾਰਨ ਸਾਧ ਸੰਤ, ਇਹਦਾ ਕੋਈ ਮੁਕਾਬਲਾ ਹੋ ਸਕਦਾ? ਅਧਿਆਤਮ ਲੈਵਲ ਤੇ ਹੋ ਸਕਦਾ? ਨਹੀਂ ਹੋ ਸਕਦਾ, ਹੈ ਨਾ। ਫਿਰ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੀ ਜੋਤ, ਇੱਕ ਪਾਸੇ ਇੱਕ ਡੇਰਾ, ਇਹਦਾ ਮੁਕਾਬਲਾ ਹੋ ਸਕਦਾ? ਇੱਕ ਪਾਸੇ ਐਡਾ ਸੰਘਰਸ਼, ਐਡਾ ਵੱਡਾ ਇਨਕਲਾਬ, ਮਾਨਵ ਮਨੁੱਖਾਂ ਅਧਿਕਾਰਾਂ ਦੀ ਰੱਖਿਆ ਖਾਤਰ ਲਹੂ ਡੋਲੇ ਗਏ, ਸ਼ਹਾਦਤਾਂ ਦਿੱਤੀਆਂ ਗਈਆਂ, ਸਿੰਘ ਸ਼ਹੀਦ, ਗੁਰੂ ਸਾਹਿਬਜ਼ਾਦੇ, ਕੀ ਕੁਛ। ਇੱਕ ਪਾਸੇ ਫਿਰ ਉਹੀ ਸਾਧ, ਕੋਈ ਮੁਕਾਬਲਾ ਉਸ ਜੋਤ ਦਾ। ਮਾਨ ਸਾਹਿਬ ਨੂੰ ਇਹ ਗੱਲ ਆਪ ਸਮਝਣੀ ਚਾਹੀਦੀ ਸੀ। ਗੁਰੂ ਦੀ ਆਜ਼ਮਤ ਨੂੰ ਅਸੀਂ ਜੇ ਇਹਨਾਂ ਸਾਧਾਂ ਦੇ ਨਾਲ ਰਲਾ ਕੇ ਦੇਖਣ ਲੱਗ ਜਾਈਏ ਫਿਰ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਨਾ। ਫਿਰ ਜਿਹੜੇ ਮਾਨ ਸਾਹਿਬ ਇੱਕ ਪਬਲਿਕ ਪਰਸਨੈਲਿਟੀ ਆ, ਤੁਹਾਡੇ ਲਈ ਸਾਧ ਹੋਊਗਾ, ਉਹ ਕਹਿੰਦੇ ਉਹਨਾਂ ਦੀ ਮਾਨਤਾ ਉਹਨਾਂ ਦੀ ਹੋਊਗੀ। ਪਰ ਇੱਕ ਗੱਲ ਸਮਝੋ, ਅਸੀਂ ਉਹਨਾਂ ਦੀ ਮਾਨਤਾ ਦੀ ਗੱਲ ਨਹੀਂ ਕਰ ਰਹੇ, ਪਰ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਨਾਨਕ ਸਾਹਿਬ, ਸ਼੍ਰੀ ਗੁਰੂ ਅਮਰਦਾਸ ਜੀ ਜਾਂ ਆਪਣੇ 10ਵੇਂ ਪਾਤਸ਼ਾਹ ਜੀ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੋ ਆਜ਼ਮਤ ਆ ਉਹ ਤਾਂ ਸਾਨੂੰ ਪਤਾ ਨਾ ਕਿੱਥੇ ਆ। ਇਹ ਤਾਂ ਦੇਖੋ, ਇਹ ਫਿਲਾਸਫੀਕਲ ਗੱਲ ਸਮਝਦੇ ਆ। ਗੱਲਾਂ ਕਹਿਣ ਨੂੰ ਗੱਲਾਂ ਕਹਿ ਦਈਏ ਆਪਾਂ, ਉਹ ਉਹਨਾਂ ਨੂੰ ਮੰਨਣ, ਆਪਾਂ ਆਪਣੇ ਵਾਲਿਆਂ ਨੂੰ ਮੰਨੀਏ। ਗੁਰੂ 10ਵੇਂ ਪਾਤਸ਼ਾਹ ਨੇ ਕਿਹਾ ਸੀ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ, ਪਰ ਆਪਾਂ ਫਿਲਾਸਫੀਕਲ ਗੱਲ ਸਮਝੀਏ ਇਹਦੇ 'ਚ, ਜਿਹੜੀ ਗੱਲ ਸਮਝ ਆਉਣੀ ਚਾਹੀਦੀ ਆ। ਤੁਸੀਂ ਸਿੱਖ ਇਤਿਹਾਸ ਦੀ ਗੱਲ ਮੈਨੂੰ ਦੱਸੋ, ਕਿਤੇ ਕੋਈ ਨੁਕਸ ਕੱਢ ਸਕਦੇ ਹੋ ਸਿੱਖ ਇਤਿਹਾਸ 'ਚ? ਕਿਤੇ ਅਸੀਂ ਨਿੱਜ ਲਈ ਲੜੇ ਹੋਈਏ? ਕਿਤੇ ਅਸੀਂ ਆਪਦਿਆਂ ਓਨਲੀ ਆਪਦੇ ਬੰਦਿਆਂ ਦੇ ਹੱਕਾਂ ਖਾਤਰ ਲੜੇ ਹੋਈਏ? ਕਿਤੇ ਅਸੀਂ ਆਪਦੇ ਅਕੀਦੇ ਤੋਂ ਡੋਲੇ ਹੋਈਏ? ਕੋਈ ਨੁਕਸ ਕੱਢ ਦਿਓ, ਨਹੀਂ ਨਿਕਲਦਾ, ਹੈ ਨਾ। ਫਿਰ ਸਾਡਾ ਵਿਸ਼ਵਾਸ ਕਿੱਥੇ ਆ? ਸਾਡਾ ਵਿਸ਼ਵਾਸ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ, ਜਿਹੜੀ ਗੁਰੂ ਨਾਨਕ ਸਾਹਿਬ ਦੀ ਜੋਤ ਆ। ਜਦੋਂ ਇਹੋ ਜੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਕੌਮ ਤੇ ਉਹਦੇ ਵਿਸ਼ਵਾਸ ਨੂੰ ਤੁਸੀਂ ਤੋੜਤਾ ਤੇ ਉਹਨੂੰ ਮਿਲਾਤਾ ਤੁਸੀਂ ਕਿਸੇ ਸਾਧ ਦੇ ਨਾਲ, ਫਿਰ ਤੁਸੀਂ ਗੱਲ ਕੀ ਕਰ ਰਹੇ ਹੋ? ਉਹ ਮਨੁੱਖੀ ਅਧਿਕਾਰਾਂ ਵਾਲੀ ਕੌਮ ਨੂੰ ਇੱਕ ਲਿਆ ਕੇ ਇੱਕ ਬਹੁਤ ਵੱਡੇ ਅਕੀਦੇ ਤੋਂ ਜਾਂ ਉੱਥੋਂ ਦੇ ਰਹਿੰਦੇ ਹੋਏ ਲੋਕਾਂ ਨੂੰ ਇੱਕ ਬਹੁਤ ਨੀਵੇਂ ਅਕੀਦੇ ਦੇ ਨਾਲ ਜੋੜ ਰਹੇ ਹੋ। ਯਾਰ ਅਸੀਂ ਤਾਂ
ਸਰਬੱਤ ਦਾ ਭਲੇ ਦੀ ਗੱਲ ਕਰਦੇ ਆ, ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ ਦੀ ਗੱਲ ਕਰਦੇ ਆ, ਹਨਾ। ਅਸੀਂ ਜਿਹੜੀ ਗੱਲ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੀ ਲੈ ਕੇ ਆਏ ਆ, ਕੁੱਲ ਕਾਇਨਾਤ ਦੀ ਗੱਲ ਕਰਦੇ ਆ। ਜੇ ਇਹ ਕਹਿੰਦੇ ਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦ ਦੀ ਚਾਦਰ, ਉਹਦਾ ਜਗਤ ਦੀ ਚਾਦਰ ਸੀ। ਜੇ ਕਿਤੇ ਉਹਦੇ ਹਿੰਦੂ ਦਾ ਰਾਜ ਹੁੰਦਾ ਤੇ ਮੁਸਲਮਾਨਾਂ ਦਾ 5 ਨਵਾਜੀ ਉਹਨਾਂ ਨੇ ਛੜਾਈ ਹੁੰਦੀ, ਉਹਨਾਂ ਨੇ ਫਿਰ ਵੀ ਉਹੀ ਸ਼ਹਾਦਤ ਦੇਣੀ ਸੀ। ਇਹ ਥੋੜੀ ਵੀ ਉਦੋਂ ਫਿਰ ਗੁਰੂ ਸਾਹਿਬ ਕਹਿੰਦੇ ਨਹੀਂ ਮੈਂ ਮੁਸਲਮਾਨਾਂ ਵਾਸਤੇ ਸ਼ਹਾਦਤ ਨਹੀਂ ਦਿੰਦਾ, ਪਰ ਮੈਂ ਹਿੰਦੂਆਂ ਵਾਸਤੇ ਸ਼ਹਾਦਤ ਦੇਵਾਂਗਾ। ਇਹ ਤਾਂ ਗੱਲ ਨਹੀਂ ਸੀ ਨਾ। ਉਹਨਾਂ ਨੇ ਕੀ ਗੱਲ ਕਹੀ ਵੀ ਮੈਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਦੇਖ ਸਕਦਾ, ਚਾਹੇ ਮੇਰੇ ਪਹਿਲੇ ਗੁਰੂ ਨੇ ਜਨੇਊ ਦਾ ਵਿਰੋਧ ਕੀਤਾ, ਪਰ ਅੱਜ ਇਹ ਜੇ ਧੱਕੇ ਨਾਲ ਤੂੰ ਲਾਹੇਗਾ ਇਹ ਨਹੀਂ ਹੋਣ ਦੇਣਾ। ਸੋ ਤੁਸੀਂ ਉਸ ਕੌਮ ਨੂੰ ਇੱਕ ਨੀਵੇਂ ਪੱਧਰ ਤੇ ਲਿਆ ਕੇ ਖੜਾ ਕਰਕੇ ਤੇ ਕਿਸੇ ਆਮ ਸਾਧ ਨਾਲ ਜੋੜ ਦਿੰਦੇ ਹੋ, ਜਿਹੜੀ ਕੌਮ ਨੇ ਕਦੇ ਆਪਦੇ ਖਾਤਰ ਤਾਂ ਕੁਝ ਲੜਿਆ ਹੀ ਨਹੀਂ ਯਾਰ। ਅਸੀਂ ਫਿਰ ਤੁਸੀਂ ਦੱਸੋ, ਫਿਰ ਅਸੀਂ ਇਹ ਗੱਲ ਐਜ਼ ਅ ਹਿਊਮਨ ਬੀਇੰਗ, ਤੁਸੀਂ ਐਜ਼ ਅ ਸਿੱਖ ਨਾ ਸੋਚੋ, ਐਜ਼ ਅ ਹਿਊਮਨ ਬੀਇੰਗ ਸੋਚੋ। ਜਿਹੜੀ ਕੌਮ ਲੜੀ ਹੀ ਦੂਜਿਆਂ ਖਾਤਰ ਆ, ਉਹਨਾਂ ਦੇ ਹੱਕ ਹਕੂਕ ਖਾਤਰ ਆ, ਉਹ ਕੌਮ ਨੂੰ ਅੱਜ ਤੁਸੀਂ ਅਸਿਮੀਲੇਟ ਕਰ ਦੇਣਾ, ਮਿਲਾਵਟ ਕਰ ਦੇਣੀ ਉਹਦੀ ਇਹਨਾਂ ਡੇਰਿਆਂ ਤੇ ਸਾਧਾਂ 'ਚ, ਇਹ ਕਿਤੇ ਚੰਗੀ ਗੱਲ ਆ? ਫਿਰ ਇਹ ਚੰਗੀ ਗੱਲ ਨਹੀਂ ਆ। ਫਿਲਾਸਫਿਕਲੀ ਗੱਲ ਤਾਂ ਸੋਚੋ ਯਾਰ। ਇਹ ਅਚਨਚੇਤ ਹੋਇਆ ਲੱਗਦਾ ਜਾਂ ਮਾਨ ਸਾਹਿਬ ਨੇ ਕੀਤਾ ਅਚਨਚੇਤ, ਉਹਨਾਂ ਨੂੰ ਇਹ ਗੱਲ ਸਮਝ ਨਹੀਂ ਆਈ, ਪਰ ਇਹਦੇ ਤੇ ਵਿਰੋਧ ਹੋਣਾ ਬਹੁਤ ਜ਼ਰੂਰੀ ਸੀ। ਜਾਗਦੀਆਂ ਜ਼ਮੀਰਾਂ ਵਾਲਿਆਂ ਨੇ ਜਿਨ੍ਹਾਂ ਨੂੰ ਜਿਸ ਗੱਲ ਦੀ ਸਮਝ ਆ ਉਹਨਾਂ ਨੇ ਵਿਰੋਧ ਕੀਤਾ, ਪਰ ਮਾਨ ਸਾਹਿਬ ਹਜੇ ਵੀ ਸਤਿਕਾਰਯੋਗ ਆ। ਮਾਫੀ ਮੰਗ ਕੇ ਉਹਨਾਂ ਨੇ, ਮੈਨੂੰ ਐਂ ਲੱਗਦਾ ਜਿਹੜਾ ਮਾਫੀ ਘਰੇ ਬੈਠ ਕੇ ਤਾਂ ਉਹਨਾਂ ਨੇ ਮੰਗੀ ਆ, ਉਹਨਾਂ ਨੂੰ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੋਣਾ ਚਾਹੀਦਾ, ਸੰਗਤ ਦੇ ਸਾਹਮਣੇ ਮਾਫੀ ਮੰਗਣੀ ਚਾਹੀਦੀ ਆ ਵੀ ਮੇਰੇ ਤੋਂ ਇਸ ਗੁਰੂ ਦੀ ਸ਼ਰਨ 'ਚ ਆ ਕੇ ਮੈਂ ਮਾਫੀ ਮੰਗਦਾ, ਮੇਰੇ ਤੋਂ ਗਲਤੀ ਹੋਈ ਆ। ਤੇ ਇਸ ਗਲਤੀ ਨੂੰ ਅਦਰਵਾਈਜ਼ ਇਹ ਕੀ ਗੱਲ ਹੋਈ ਯਾਰ ਵੀ ਉਹ ਵੀ ਭੱਲਾ ਪਰਿਵਾਰ 'ਚੋਂ ਸੀ, ਉਹ ਵੀ ਭੱਲਾ। ਇੱਥੇ ਯਾਰ ਚਲੋ ਆਪਾਂ ਕਿਸੇ ਨੂੰ ਇਨਸਲਟ, ਇੱਥੇ ਕਿੰਨੇ ਭੱਲਾ ਪਰਿਵਾਰ ਤੁਰੇ ਫਿਰਦੇ ਆ ਯਾਰ, ਫਿਰ ਤਾਂ ਸਾਰੇ ਆਪਾਂ ਗੁਰੂ ਦੇ ਲੈਵਲ ਤੇ ਲੈ ਜਾਈਏ। ਇਹ ਕੀ ਗੱਲ ਬਣੀ? ਨਾਲੇ ਗੁਰੂ ਸਾਹਿਬ ਨੇ ਬਰਾਦਰੀਆਂ ਨੂੰ ਤਾਂ ਉਹਨਾਂ ਨੇ ਚੋਟ ਕੀਤੀ ਜਾਂ ਹੋਰ ਚੀਜ਼ਾਂ ਨੂੰ, ਜਾਤ ਪਾਤਾਂ ਨੂੰ ਨਹੀਂ। ਪਤਾ ਕੀ ਆ, ਗੁਰੂ ਨੂੰ ਤੁਸੀਂ ਇੱਕ ਇਲਾਹੀ ਉਹਦੀ ਅਜ਼ਮਤ ਤੋਂ ਲਿਆ ਕੇ ਇਨਸਾਨੀ ਤੌਰ ਤੇ ਦੇਖਣਾ, ਫਿਰ ਤਾਂ ਗੁਰੂ ਰਹਿ ਹੀ ਨਹੀਂ ਗਿਆ ਨਾ। ਫਿਰ ਉਹਦੀ ਇਲਾਹੀ ਅਜ਼ਮਤ ਨੂੰ ਬਰਕਰਾਰ ਰੱਖਦੇ ਹੋਏ ਗੁਰੂ ਨੂੰ ਦੇਖਣਾ ਪਊਗਾ, ਫੇਰ ਹੀ ਅਧਿਆਤਮ 'ਚ ਤੁਸੀਂ ਪੈਰ ਧਰ ਸਕਦੇ ਹੋ। ਜੇ ਤੁਸੀਂ ਉਹਦੀ ਇਲਾਹੀ ਅਜ਼ਮਤ ਨੂੰ ਸਮਝ ਹੀ ਨਹੀਂ ਪਾ ਰਹੇ ਤੇ ਤੁਸੀਂ ਕਹਿੰਦੇ ਹੋ ਵੀ ਮੈਂ ਸਪਿਰਿਚੁਅਲ ਹਾਂ ਜਾਂ ਮੈਂ ਅਧਿਆਤਮਕ ਇੱਕ ਜ਼ਿੰਦਗੀ ਦਾ ਬਾਸ਼ਿੰਦਾ, ਫਿਰ ਉਹਦੇ 'ਚ ਸੱਚ ਨਹੀਂ ਲੱਗਦਾ। ਪਰ ਮੈਂ ਮਾਨ ਸਾਹਿਬ ਦੀ ਗੱਲ ਨਹੀਂ ਕਰ ਰਿਹਾ, ਇਹ ਮਾਨ ਸਾਹਿਬ ਨਾਲ ਨਹੀਂ ਜੋੜ ਰਿਹਾ, ਪਰ ਮੈਂ ਗੁਰੂ ਦੀ ਅਜ਼ਮਤ ਦੀ ਗੱਲ ਜਿਹੜੀ ਦੱਸ ਰਿਹਾ, ਉਹਨੂੰ ਗੁਰੂ ਦੀ ਅਜ਼ਮਤ ਨੂੰ ਇਲਾਹੀ ਅਜ਼ਮਤ ਦੇ ਹਿਸਾਬ ਨਾਲ ਦੇਖੋ, ਦੁਨਿਆਵੀ ਗੱਲ ਦੇ ਹਿਸਾਬ ਨਾਲ ਨਾ ਜੋੜੋ ਉਹਨੂੰ।